ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਾਂਗੇ ਸਾਹਿਤਿਕ ਕਿਰਨਾਂ ਭਾਗ ਦੂਸਰਾ ਵਿੱਚ ਦਰਜ ਕਵਿਤਾ ਗੁਰੂ ਉਪਦੇਸ਼, ਜੋ ਕਿ ਪਵਨ ਹਰਚੰਦਪੁਰੀ ਦੁਆਰਾ ਲਿਖੀ ਗਈ ਹੈ। ਇਸ ਕਵਿਤਾ ਦੇ ਵਿੱਚ ਅਸੀਂ ਕੀ ਪੜਾਂਗੇ ਕਿ ਜੋ ਸਿੱਖ ਗੁਰੂ ਸਾਹਿਬਾਨ ਹਨ, ਉਹਨਾਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ, ਉਹਨਾਂ ਦੇ ਉੱਪਰ ਅਸੀਂ ਕਿਵੇਂ ਚੱਲਣਾ ਹੈ ਤੇ ਆਪਦੇ ਫਰਜ਼ਾਂ ਨੂੰ ਕਿਸ ਤਰ੍ਹਾਂ ਨਿਭਾਉਣਾ ਹੈ। ਸੋ ਸਟੂਡੈਂਟਸ ਪੜ੍ਹਦੇ ਹਾਂ ਕਵਿਤਾ। ਦਸੇ ਗੁਰੂਆਂ ਸਿੱਖੀ ਦੀ ਜੋਤ ਬਾਲੀ, ਰੌਸ਼ਨ ਸ਼ਮਾ ਏ ਰਹੂਗੀ ਜਗ ਅੰਦਰ। ਨੂਰੀ ਬਾਲੂ ਚਿਰਾਗੇ ਸੋਚ ਅੰਦਰ, ਸੂਰਜ ਵਾਂਗ ਲਿਸ਼ਕਾਏਗੀ ਮਨ ਮੰਦਰ। ਇਹਨਾਂ ਸਤਰਾਂ ਦੇ ਵਿੱਚ ਜੋ ਕਵੀ ਹੈ ਉਹ ਕੀ ਕਹਿੰਦੇ ਹਨ ਕਿ ਸਿੱਖ ਧਰਮ ਦੇ ਜੋ 10 ਗੁਰੂ ਸਾਹਿਬਾਨ ਨੇ, ਉਹਨਾਂ ਨੇ ਸਿੱਖੀ ਦੀ ਜੋਤ ਜਗਾਈ। ਇਹਦੇ ਵਿੱਚ ਦਿੱਤਾ ਗਿਆ ਸ਼ਮਾ। ਸ਼ਮਾ ਦਾ ਮਤਲਬ ਹੁੰਦਾ ਬੱਤੀ ਜਾਂ ਮੋਮਬੱਤੀ। ਨੂਰੀ, ਨੂਰੀ ਸ਼ਬਦ ਨੂਰ ਤੋਂ ਬਣਿਆ। ਨੂਰ ਦਾ ਮਤਲਬ ਹੁੰਦਾ ਪ੍ਰਕਾਸ਼। ਨੂਰੀ ਮਤਲਬ ਪ੍ਰਕਾਸ਼ਵਾਨ। ਬਾਲੂ ਬਾਲਣਾ, ਜਿੱਦਾਂ ਕਿ ਬਾਲੂ ਬਾਲਣ ਤੋਂ ਬਣਿਆ, ਬਾਲਣਾ ਅੱਗ ਜਲਾਉਣਾ, ਤਾਂ ਬਾਲੂ ਦਾ ਮਤਲਬ ਇੱਥੇ ਆ ਜਗਾਉਣਾ। ਸੋ ਜਿਹੜੇ ਕਵੀ ਨੇ ਉਹ ਸਾਨੂੰ ਕੀ ਸਮਝਾ ਰਹੇ ਹਨ ਕਿ ਸਿੱਖ ਧਰਮ ਦੇ 10 ਗੁਰੂ ਸਾਹਿਬਾਨਾਂ ਨੇ ਸਿੱਖੀ ਦੀ ਜੋਤ ਜਗਾਈ। ਇਹ ਜੋਤ ਰੂਪੀ ਸ਼ਮਾ ਰਹਿੰਦੀ ਦੁਨੀਆ ਤੱਕ ਕਾਇਮ ਰਹੇਗੀ। ਸਿੱਖੀ ਦੀ ਇਹ ਜੋਤ ਮਨੁੱਖ ਦੀ ਸੋਚ ਦੇ ਅੰਦਰ ਪ੍ਰਕਾਸ਼ਵਾਨ ਹੋ ਕੇ ਉਹਨਾਂ ਦੀ ਸੋਚ ਨੂੰ ਉੱਚਾ ਕਰੇਗੀ। ਕਹਿਣ ਤੋਂ ਭਾਵ ਜੋ ਗੁਰੂ ਦੇ ਦਿੱਤੀ ਹੋਈ ਸਿੱਖਿਆ ਹੈ, ਉਪਦੇਸ਼ ਹੈ, ਉਹਦੇ ਉੱਤੇ ਚੱਲ ਕੇ ਮਨੁੱਖ ਆਪਣੀ ਸੋਚ ਨੂੰ ਉੱਚਾ ਕਰ ਸਕਦਾ ਹੈ। ਮਨੁੱਖ ਦੀ ਜੋ ਸੋਚ ਹੈ ਉੱਚੀ ਰਹੇਗੀ। ਇਹ ਸ਼ਮਾ ਉਹਨਾਂ ਦੇ ਮਨ ਮੰਦਰ ਨੂੰ ਹਮੇਸ਼ਾ ਸੂਰਜ ਵਾਂਗ ਚਮਕਾ ਕੇ ਰੱਖੇਗੀ। ਕਵੀ ਕੀ ਕਹਿ ਰਹੇ ਹਨ ਕਿ ਜੋ ਸਿੱਖ ਗੁਰੂ ਸਾਹਿਬਾਨ ਨੇ ਸਿੱਖੀ ਦੀ ਜੋਤ ਬਾਲੀ ਹੈ, ਇਹ ਮਨੁੱਖ ਦੀ ਸੋਚ ਨੂੰ ਉੱਚਾ ਕਰੇਗੀ ਤੇ ਉਹਨਾਂ ਦੇ ਮਨ ਮੰਦਰ ਨੂੰ ਹਮੇਸ਼ਾ ਸੂਰਜ ਵਾਂਗ ਚਮਕਾ ਕੇ ਰੱਖੇਗੀ, ਪਵਿੱਤਰ ਰੱਖੇਗੀ, ਸਾਫ਼ ਰੱਖੇਗੀ। ਅਗਲਾ ਪੈਰਾ ਪੜ੍ਹਦੇ ਹਾਂ। ਰਹਿਮ ਕਰਮ ਤੇ ਧਾਰ ਦੀ ਸਾਂਝ ਗੁੜੀ, ਰਹਿਮ ਕਰਮ ਤੇ ਧਰ ਦੀ ਸਾਂਝ ਗੁੜੀ। ਕਦੇ ਤੋੜਨੀ ਨਹੀਂ ਤੁਸੀਂ ਮੂਲ ਸਿੰਘੋ। ਸਾੜ ਦੇਵੇ ਇਹ ਘਰ, ਸਾੜ ਦੇਵੇ ਇਹ ਅੱਗ, ਘਰ ਆਪਣੇ ਵੀ ਦੇਣੀ ਅੱਗ ਨੂੰ ਕਦੇ ਨਾ ਤੂਲ ਸਿੰਘੋ। ਇਹਨਾਂ ਸਤਰਾਂ ਦੇ ਵਿੱਚ ਜੋ ਕਵੀ ਨੇ ਉਹ ਕੀ ਕਹਿੰਦੇ ਹਨ ਕਿ ਜੋ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਗੁਰੂ ਸਾਹਿਬਾਨਾਂ ਨੇ ਸਿੰਘਾਂ ਨੂੰ ਜਾਂ ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਉਹ ਰਹਿਮ ਦਾ ਮਤਲਬ ਹੁੰਦਾ ਕਿਸੇ ਤੇ ਰਹਿਮ ਕਰਨਾ, ਤਰਸ ਕਰਨਾ। ਕਰਮ ਮਤਲਬ ਚੰਗੇ ਕੰਮ ਕਰਨੇ ਤੇ ਧਰਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਇਸ ਨਾਲ ਗੂੜੀ ਸਾਂਝ ਰੱਖਣ। ਸੋ ਜੋ ਸਾਡੇ ਗੁਰੂ ਸਾਹਿਬਾਨ ਨੇ ਉਹ ਸਾਨੂੰ ਕੀ ਉਪਦੇਸ਼ ਦਿੰਦੇ ਹਨ ਕਿ ਰਹਿਮ ਕਰਮ ਤੇ ਧਰਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਰੱਖਣ। ਇਸ ਸਾਂਝ ਨੂੰ ਕਦੇ ਵੀ ਤੋੜਨਾ ਨਹੀਂ, ਸਗੋਂ ਹਮੇਸ਼ਾ ਕਾਇਮ ਰੱਖਣਾ। ਜਿਹੜੀ ਹਉਮੈ ਵਾਲੀ ਅੱਗ ਆਪਣੇ ਘਰ ਨੂੰ ਸਾੜ ਦੇਵੇ, ਉਸ ਨੂੰ ਕਦੇ ਭੜਕਾਉਣ ਦੀ ਕੋਸ਼ਿਸ਼ ਨਾ ਕਰਨਾ, ਸਗੋਂ ਇਸ ਈਰਖਾ ਭਰੀ ਅੱਗ ਤੋਂ ਬਚ ਕੇ ਰਹਿਣਾ ਹੈ। ਇਹਦੇ ਵਿੱਚ ਕਵੀ ਕੀ ਕਹਿ ਰਹੇ ਹਨ ਸਾਨੂੰ ਕਿ ਸਾੜ ਦੇਵੇ ਇਹ ਅੱਗ, ਘਰ ਆਪਣੇ ਵੀ ਦੇਣੀ ਅੱਗ ਨੂੰ ਕਦੇ ਨਾ ਤੂਲ ਸਿੰਘੋ। ਤਾਂ ਇਹਦੇ ਵਿੱਚ ਕੀ ਦੱਸ ਰਿਹਾ ਵੀ ਜਿਹੜੀ ਹਉਮੈ ਵਾਲੀ ਅੱਗ ਹੈ ਨਾ, ਹਉਮੈ ਦਾ ਮਤਲਬ ਹੁੰਦਾ ਹੰਕਾਰ ਜਾਂ ਈਰਖਾ। ਅਗਰ ਅਸੀਂ ਹੰਕਾਰ ਕਰਦੇ ਹਾਂ ਜਾਂ ਈਰਖਾ ਕਰਦੇ ਹਾਂ ਨਾ, ਤਾਂ ਇਹਦੇ ਨਾਲ ਸਾਹਮਣੇ ਵਾਲੇ ਨੂੰ ਕੋਈ ਨੁਕਸਾਨ ਨਹੀਂ, ਇਸ ਨਾਲ ਸਾਡਾ ਖੁਦ ਦਾ ਹੀ ਨੁਕਸਾਨ ਹੈ। ਸਾਡਾ ਘਰ ਮਤਲਬ ਸਾਡਾ ਸਰੀਰ, ਜਿਹੜਾ ਇੱਕ ਸਰੀਰ ਹੈ ਨਾ, ਇਸ ਨੂੰ ਵੀ ਘਰ ਕਿਹਾ ਗਿਆ ਹੈ ਕਿਉਂਕਿ ਇਹਦੇ ਵਿੱਚ ਸਾਡੀ ਆਤਮਾ ਦਾ ਪ੍ਰਵੇਸ਼ ਹੈ। ਜਿਸ ਤਰੀਕੇ ਨਾਲ ਅਸੀਂ ਸਰੀਰ ਦੇ ਰੂਪ ਦੇ ਵਿੱਚ ਇੱਕ ਘਰ ਦੇ ਵਿੱਚ ਰਹਿੰਦੇ ਹਾਂ ਨਾ, ਉਸੇ ਤਰੀਕੇ ਨਾਲ ਇੱਕ ਆਤਮਾ ਵੀ ਸਾਡੇ ਘਰ ਦੇ ਵਿੱਚ ਹੈ। ਉਸ ਘਰ ਨੂੰ, ਜਿਹੜਾ ਸਾਡਾ ਸਰੀਰ ਹੈ ਨਾ, ਇਸ ਨੂੰ ਕੀ ਕਿਹਾ ਗਿਆ? ਘਰ। ਅਗਰ ਅਸੀਂ ਆਪਣੇ ਅੰਦਰ ਹੰਕਾਰ ਰੱਖਾਂਗੇ ਜਾਂ ਈਰਖਾ ਰੱਖਾਂਗੇ ਨਾ, ਤਾਂ ਸਾਹਮਣੇ ਵਾਲੇ ਦਾ ਕੋਈ ਨੁਕਸਾਨ ਨਹੀਂ, ਸਾਡਾ ਖੁਦ ਦਾ ਹੀ ਨੁਕਸਾਨ ਹੈ। ਜੋ ਸਾਡਾ ਸਰੀਰ ਹੈ ਉਹ ਬਿਮਾਰੀਆਂ ਨਾਲ ਘਿਰ ਜਾਵੇਗਾ। ਅਗਲੀ ਲਾਈਨਾਂ ਪੜ੍ਹਦੇ ਹਾਂ। ਗਰਮੀ ਸੋਚ ਤੇ ਭਾਰੂ ਨਾ ਹੋਣ ਦੇਣੀ, ਤਾਹੀਓਂ ਰਹੂਗੀ ਹੋਸ਼ ਵਿੱਚ ਸੋਚ ਸਿੰਘੋ। ਗਰਮੀ ਆਵੇ ਜੇ ਸੋਚ ਨੂੰ ਲੂਣ ਵਾਲੀ, ਐਸੀ ਗਰਮੀ ਨੂੰ ਲਿਓ ਫਿਰ ਬੋਝ ਸਿੰਘੋ। ਇਹਨਾਂ ਲਾਈਨਾਂ ਦੇ ਵਿੱਚ ਹੁਣ ਕਵੀ ਕੀ ਕਹਿ ਰਹੇ ਹਨ ਕਿ ਸਿੰਘਾਂ ਨੂੰ ਸੁਚੇਤ ਅਲਰਟ ਕਰਦੇ ਹੋਏ ਕਹਿੰਦੇ ਹਨ ਕਿ ਗੁਰੂ ਸਾਹਿਬਾਨ ਸਾਨੂੰ ਕੀ ਸਿੱਖਿਆ ਦਿੰਦੇ ਆ।
ਸਾਡੇ ਗੁਰੂ ਸਾਹਿਬਾਨ ਸਾਨੂੰ ਸਿੱਖਿਆ ਦਿੰਦੇ ਹਨ ਕਿ ਹੇ ਸਿੰਘੋ, ਤੁਸੀਂ ਗਰਮੀ ਦਾ ਭਾਵ ਇੱਥੇ ਉਹ ਗਰਮੀ ਨਹੀਂ ਕਿ ਸਾਨੂੰ ਗਰਮੀ ਲੱਗਦੀ ਆ। ਗਰਮੀ ਦਾ ਗੁੱਸੇ ਨੂੰ ਵੀ ਗਰਮੀ ਕਿਹਾ ਜਾਂਦਾ। ਆਪਾਂ ਕਹਿ ਦਿੰਦੇ ਹਾਂ ਉਹਦਾ ਸੁਭਾਅ ਕਿੰਨਾ ਗਰਮ ਹੈ। ਗਰਮ ਦਾ ਮਤਲਬ ਗੁੱਸੇ ਵਾਲਾ ਸੁਭਾਅ। ਕਿ ਤੁਸੀਂ ਗਰਮੀ ਨੂੰ ਭਾਵ ਗੁੱਸੇ ਨੂੰ ਆਪਣੀ ਸੋਚ ਤੇ ਭਾਰੂ ਨਹੀਂ ਹੋਣ ਦੇਣਾ। ਤੁਸੀਂ ਹਰ ਕੰਮ ਹੋਸ਼ ਤੇ ਸਮਝਦਾਰੀ ਨਾਲ ਕਰਨਾ ਹੈ। ਜੇਕਰ ਤੁਹਾਡੀ ਸੋਚ ਨੂੰ ਸਾੜਨ ਵਾਲੀ ਗਰਮੀ ਭਾਵ ਗੁੱਸਾ ਤੁਹਾਡੇ ਵਿੱਚ ਆ ਵੀ ਜਾਵੇ ਤਾਂ ਅਜਿਹੇ ਗੁੱਸੇ ਨੂੰ ਤੁਸੀਂ ਕਾਬੂ ਕਰ ਲੈਣਾ। ਸੋ ਕੀ ਕਹਿ ਰਹੇ ਹਨ ਇਹਦੇ ਵਿੱਚ ਕਵੀ ਇਹ ਕਹਿ ਰਹੇ ਹਨ ਕਿ ਜੋ ਸਾਡੇ ਗੁਰੂ ਸਾਹਿਬਾਨ ਨੇ ਉਹ ਸਾਨੂੰ ਸਿੱਖਿਆ ਦੇ ਰਹੇ ਹਨ, ਉਪਦੇਸ਼ ਦੇ ਰਹੇ ਹਨ ਕਿ ਸਾਨੂੰ ਆਪਣਾ ਜੋ ਸੁਭਾਅ ਹੈ ਹਮੇਸ਼ਾ ਸ਼ਾਂਤ ਤੇ ਠੰਡਾ ਰੱਖਣਾ ਚਾਹੀਦਾ, ਗਰਮੀ ਵਾਲਾ ਗੁੱਸੇ ਵਾਲਾ ਨਹੀਂ ਰੱਖਣਾ ਚਾਹੀਦਾ। ਸਾਨੂੰ ਹਮੇਸ਼ਾ ਸ਼ਾਂਤੀ ਨਾਲ ਤੇ ਹੋਸ਼ ਸਮਝਦਾਰੀ ਨਾਲ ਕੰਮ ਕਰਨੇ ਚਾਹੀਦੇ ਹਨ। ਅਗਰ ਸਾਨੂੰ ਕਦੇ ਵੀ ਗੁੱਸਾ ਆ ਵੀ ਜਾਏ ਤਾਂ ਸਾਨੂੰ ਗੁੱਸੇ ਉੱਪਰ ਕਾਬੂ ਪਾਉਣਾ ਆਉਣਾ ਚਾਹੀਦਾ ਹੈ। ਅਗਲੀਆਂ ਸਤਰਾਂ ਪੜ੍ਹਦੇ ਹਾਂ। ਅਗਲੀਆਂ ਸਤਰਾਂ ਦੇ ਵਿੱਚ ਆਪਣੀ ਕੀਰਤ ਚੋਂ ਕੱਢ ਦਸੌਂਦ ਦਸਵਾਂ, ਲੋੜਵੰਦਾਂ ਦੇ ਲੇਖੇ ਹੈ ਲਾ ਦੇਣਾ। ਭੁੱਖ ਕੋਈ ਦੁਆਰੇ ਆ ਟੁੱਕ ਮੰਗੇ, ਭੋਜਨ ਉਸ ਤਾਈਂ ਤੁਸੀਂ ਛਕਾ ਦੇਣਾ। ਹੁਣ ਇਹਨਾਂ ਸਤਰਾਂ ਦੇ ਵਿੱਚ ਸਿੰਘਾਂ ਨੂੰ ਉਹਨਾਂ ਦੇ ਫਰਜ਼ ਪ੍ਰਤੀ ਸਮਝਾਉਂਦੇ ਹੋਏ ਗੁਰੂ ਸਾਹਿਬਾਨ ਕਹਿ ਰਹੇ ਹਨ। ਹੁਣ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕੀ ਸਮਝਾ ਰਹੇ ਹਨ, ਸਾਨੂੰ ਕੀ ਉਪਦੇਸ਼ ਦੇ ਰਹੇ ਹਨ ਕਿ ਸਿੰਘੋ ਤੁਸੀਂ ਆਪਣੀ ਨੇਕ ਕਮਾਈ ਦਾ ਮਤਲਬ ਜੋ ਤੁਸੀਂ ਕਿਰਤ ਕਮਾਈ ਕਰਦੇ ਹੋ, ਜੋ ਤੁਹਾਡੀ ਇਨਕਮ ਹੈ, ਤੁਹਾਡੀ ਆਮਦਨ ਹੈ, ਉਹਦੇ ਵਿੱਚੋਂ 10ਵਾਂ ਹਿੱਸਾ ਕੱਢ ਕੇ ਜਿਹੜੇ ਲੋੜਵੰਦ ਨੇ, ਗਰੀਬ ਨੇ, ਜਿਨ੍ਹਾਂ ਨੂੰ ਲੋੜ ਦੀ ਕਿਸੇ ਹੈਲਪ ਦੀ ਜ਼ਰੂਰਤ ਹੈ, ਉਹਨਾਂ ਦੀ ਤੁਸੀਂ ਮਦਦ ਕਰੋ। ਜੇਕਰ ਕੋਈ ਭੁੱਖਾ ਮਜਬੂਰ ਵਿਅਕਤੀ ਤੁਹਾਡੇ ਦਰਵਾਜ਼ੇ 'ਤੇ ਆ ਕੇ ਰੋਟੀ ਮੰਗੇ ਤਾਂ ਉਸ ਨੂੰ ਭੋਜਨ ਛਕਾ ਦੇਣਾ। ਵੀ ਕਦੇ ਵੀ ਆਪਦੇ ਦਰਵਾਜ਼ੇ ਤੋਂ ਲੋੜਵੰਦ ਨੂੰ, ਭੁੱਖੇ ਨੂੰ ਕਦੇ ਖਾਲੀ ਨਾ ਮੋੜਨਾ। ਅਗਲੀਆਂ ਲਾਈਨਾਂ ਪੜ੍ਹਦੇ ਹਾਂ। ਉੱਚਾ ਨੀਵਾਂ ਨਾ ਕੋਈ ਵੀ ਜਗ ਅੰਦਰ, ਇੱਕੋ ਨੂਰ ਇਲਾਹੀ ਦੇ ਨੇ ਸਭ ਬੰਦੇ ਰੱਬ ਦੇ ਸਮਝ ਕੇ ਪਿਆਰ ਕਰਨਾ, ਨਾ ਬੋਲਣੇ ਕਿਸੇ ਨੂੰ ਵੀ ਮੰਦੇ। ਹੁਣ ਇਹਨਾਂ ਸਤਰਾਂ ਦੇ ਵਿੱਚ ਕਵੀ ਗੁਰੂ ਰੂਪ ਵਿੱਚ ਆਖਦਾ ਹੈ। ਇਹਨਾਂ ਸਤਰਾਂ ਦੇ ਵਿੱਚ ਜੋ ਕਵੀ ਨੇ ਉਹ ਗੁਰੂ ਰੂਪ ਵਿੱਚ ਦਾ ਆਖਦੇ ਹਨ ਕਿ ਇਸ ਸੰਸਾਰ ਵਿੱਚ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੈ। ਸਭ ਇੱਕ ਮਾਲਕ ਦੀ ਔਲਾਦ ਹਨ, ਸਾਰੇ ਮਾਲਕ ਦੇ ਹੀ ਬੱਚੇ ਹਨ, ਇੱਕੋ ਇਲਾਹੀ ਨੂਰ ਤੋਂ ਪੈਦਾ ਹੋਏ ਹਨ। ਜਿੰਨੇ ਵੀ ਇਨਸਾਨ ਨੇ ਇਸ ਦੁਨੀਆ ਦੇ ਵਿੱਚੋਂ ਇੱਕ ਮਾਲਕ ਦੇ ਬੱਚੇ ਹਨ, ਇੱਕੋ ਪਰਮਾਤਮਾ ਦੀ ਸ਼ਕਤੀ ਤੋਂ, ਨੂਰ ਤੋਂ ਪੈਦਾ ਹੋਏ ਹਨ। ਇਸ ਲਈ ਹਰ ਮਨੁੱਖ ਨੂੰ ਰੱਬ ਦਾ ਬੰਦਾ ਸਮਝ ਕੇ ਬਿਨਾਂ ਭੇਦ ਭਾਵ ਉਸ ਨਾਲ ਪਿਆਰ ਕਰਨਾ ਚਾਹੀਦਾ ਹੈ। ਕਿਸੇ ਨੂੰ ਵੀ ਮਾੜਾ ਨਹੀਂ ਬੋਲਣਾ ਚਾਹੀਦਾ, ਨਾ ਹੀ ਕਿਸੇ ਨੂੰ ਮਾੜਾ ਸਮਝਣਾ ਚਾਹੀਦਾ ਹੈ। ਅਗਲੀਆਂ ਲਾਈਨਾਂ ਪੜ੍ਹਦੇ ਹਾਂ। ਗਊ ਗਰੀਬ ਤੇ ਔਰਤ ਦੀ ਕਰੋ ਰਾਖੀ, ਜ਼ਬਰ ਜ਼ੁਲਮ ਦੇ ਕਦੀ ਨਹੀਂ ਰਾਹ ਪੈਣਾ। ਲਾਲਚ ਵਿੱਚ ਆ ਧੀਆਂ ਵੇਚਣਾ ਨਾ, ਮੂੰਹੋਂ ਮੰਗ ਕੇ ਕਦੇ ਨਾ ਦਾਜ ਲੈਣਾ। ਹੁਣ ਇਹਨਾਂ ਸਤਰਾਂ ਦੇ ਵਿੱਚ ਜੋ ਕਵੀ ਨੇ ਨਾ ਗੁਰੂ ਰੂਪ ਵਿੱਚ ਕਵੀ ਸਿੰਘਾਂ ਨੂੰ ਜਾਂ ਸਿੱਖਾਂ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਗਊ ਗਰੀਬ ਤੇ ਔਰਤ ਦੀ ਰੱਖਿਆ ਕਰਨਾ ਹਰ ਸਿੱਖ ਦਾ ਧਰਮ ਹੈ। ਤੁਸੀਂ ਕਦੇ ਵੀ ਕਿਸੇ ਤੇ ਕੋਈ ਜ਼ੁਲਮ ਨਹੀਂ ਕਰਨਾ ਤੇ ਨਾ ਹੀ ਜ਼ੁਲਮ ਕਰਨ ਦੇ ਰਾਹ ਪੈਣਾ ਹੈ। ਹੇ ਸਿੰਘੋ, ਤੁਸੀਂ ਕਦੇ ਵੀ ਲਾਲਚ ਜਾਂ ਸਵਾਰਥ ਕਰਕੇ ਧੀਆਂ ਨਾ ਵੇਚਣਾ ਅਤੇ ਕਦੇ ਵੀ ਨਾ ਮੂੰਹੋਂ ਮੰਗ ਕੇ ਦਾਜ ਲੈਣਾ ਹੈ। ਸਗੋਂ ਅਜਿਹੀਆਂ ਬੁਰਾਈਆਂ ਨੂੰ ਸਮਾਜ ਦੇ ਵਿੱਚ ਫੈਲਣ ਤੋਂ ਰੋਕਣਾ ਹੈ, ਸਮਾਜ ਨੂੰ ਅਜਿਹੀਆਂ ਬੁਰਾਈਆਂ ਤੋਂ ਬਚਾਉਣਾ ਹੈ। ਸਾਡੇ ਗੁਰੂ ਸਾਹਿਬਾਨ ਇਹ ਸਿੱਖਾਂ ਨੂੰ, ਮਨੁੱਖ ਨੂੰ ਉਪਦੇਸ਼ ਦੇ ਰਹੇ ਹਨ। ਅਗਲੀਆਂ ਲਾਈਨਾਂ ਆਪਾਂ ਪੜਾਂਗੇ। ਫਸਤਾ ਜ਼ੁਲਮ ਦਾ ਵੱਢਣਾ ਹੈ ਜਿਸਨੇ, ਐਸਾ ਰੂਪ ਸ਼ਿੰਗਾਰਿਆ ਖਾਲਸੇ ਦਾ। ਸ਼ਰਮ ਧਰਮ ਵਾਲਾ, ਚੰਗੇ ਕਰਮ ਵਾਲਾ, ਮੈਂ ਨਵਾਂ ਰੰਗ ਨਿਖਾਰਿਆ ਖਾਲਸੇ ਦਾ। ਹੁਣ ਇਹਨਾਂ ਸਤਰਾਂ ਦੇ ਵਿੱਚ ਜੋ ਕਵੀ ਨੇ ਗੁਰੂ ਰੂਪ ਵਿੱਚ ਸਿੰਘਾਂ ਨੂੰ
ਜਾਂ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਖਾਲਸੇ ਨੂੰ ਅਜਿਹੇ ਰੂਪ ਵਿੱਚ ਸ਼ਿੰਗਾਰਿਆ ਹੈ ਜਿਸ ਨੇ ਜ਼ੁਲਮ ਦਾ ਨਾਸ ਕਰਨਾ ਹੈ। ਇਸ ਖਾਲਸੇ ਨੂੰ ਸ਼ਰਮ, ਧਰਮ ਅਤੇ ਚੰਗੇ ਨੇਕ ਕਰਮ ਕਰਨ ਵਾਲੇ ਨਵੇਂ ਰੰਗ ਨਾਲ ਸ਼ਿੰਗਾਰਿਆ ਹੈ। ਗੁਰੂ ਸਾਹਿਬਾਨ ਕੀ ਉਪਦੇਸ਼ ਦੇ ਰਹੇ ਹਨ ਕਿ ਜੋ ਮੈਂ ਖਾਲਸਾ ਸਾਜਿਆ ਹੈ, ਸ਼ਿੰਗਾਰਿਆ ਹੈ, ਮਤਲਬ ਬਣਾਇਆ ਹੈ, ਉਹ ਜ਼ੁਲਮ ਦਾ ਨਾਸ ਕਰੇਗਾ, ਉਹ ਇੱਕ ਚੰਗੇ ਨੇਕ ਕੰਮ ਕਰੇਗਾ। ਅਗਲੀਆਂ ਸਤਰਾਂ ਪੜ੍ਹਦੇ ਹਾਂ। ਪੰਜੇ ਬਾਣੀਆਂ ਦੇ ਨਾਲ ਨਿਵਾਜਿਆ ਮੈਂ, ਪੰਜੇ ਦੇ ਕੇ ਕਕਾਰ ਅੱਜ ਖਾਲਸੇ ਨੂੰ, ਬਾਣੀ ਬਾਣੇ ਤੇ ਯੁੱਧ ਦੀ ਪਾੜ ਚੜੀ ਦੇ ਕੇ ਰਜਵਾਂ ਪਿਆਰ ਅੱਜ ਖਾਲਸੇ ਨੂੰ। ਹੁਣ ਇਹਨਾਂ ਸਤਰਾਂ ਦੇ ਆਧਾਰ ਤੇ ਗੁਰੂ ਸਾਹਿਬਾਨ ਜੀ ਫਰਮਾਉਂਦੇ ਹਨ ਕਿ ਖਾਲਸੇ ਨੂੰ ਪੰਜ ਕਕਾਰ, ਹੁਣ ਜਿਹੜੇ ਪੰਜ ਕਕਾਰ ਕਿਹੜੇ ਨੇ, ਜਿਹੜੇ ਮਤਲਬ ਕਿ ਸਿੱਖ ਲੋਕ ਅੰਮ੍ਰਿਤ ਛਕਦੇ ਆ, ਜਿਹਨੂੰ ਖਾਲਸਾ ਕਿਹਾ ਜਾਂਦਾ। ਖਾਲਸਾ ਉਸੇ ਨੂੰ ਕਿਹਾ ਜਾਂਦਾ ਜਿਹਨੇ ਅੰਮ੍ਰਿਤ ਛਕਿਆ ਹੋਵੇ। ਅੰਮ੍ਰਿਤ ਕਿਵੇਂ, ਉਹਨੇ ਪੰਜ ਕਕਾਰ, ਪੰਜ ਕੱਕੇ ਕਹਿ ਦਿੱਤੇ ਜਾਂਦੇ ਹਨ, ਉਹਨਾਂ ਨੇ ਧਾਰਨ ਕੀਤੇ ਹੋਏ ਹੁੰਦੇ ਹਨ। ਉਹ ਪੰਜ ਕੱਕੇ ਕਿਹੜੇ ਕਿਹੜੇ ਹਨ? ਕੱਕੇ ਕਿਉਂ ਕਿਹਾ ਜਾਂਦਾ ਹੈ? ਇਹ ਪੰਜਾਂ ਚੀਜ਼ਾਂ ਦਾ ਨਾਮ ਦਾ ਪਹਿਲਾ ਅੱਖਰ ਕੱਕਾ ਹੈ। ਜਿਵੇਂ ਕਿ ਕੜਾ, ਕੜਾ ਕੱਕੇ ਤੋਂ ਸ਼ੁਰੂ ਹੁੰਦਾ ਨਾ, ਕੜਾ ਹੱਥ 'ਚ ਪਾਇਆ ਜਾਂਦਾ। ਕੰਘੀ, ਇੱਕ ਲੱਕੜ ਦੀ ਕੰਘੀ ਹੁੰਦੀ ਹੈ ਜੋ ਕਿ ਖਾਲਸਾ ਆਪਣੇ ਸਿਰ ਦੇ ਵਿੱਚ ਸਜਾਉਂਦਾ ਹੈ ਤੇ ਉਸੇ ਲੱਕੜ ਦੀ ਕੰਘੀ ਨਾਲ ਹੀ ਆਪਣੇ ਕੇਸਾਂ ਨੂੰ ਸਵਾਰਦਾ ਹੈ, ਬਣਾਉਂਦਾ ਹੈ। ਉਸ ਤੋਂ ਬਾਅਦ ਅਗਲਾ ਹੈਗਾ ਕੇਸ। ਕੇਸ ਦਾ ਮਤਲਬ ਸਾਡੇ ਜਿਹੜੇ ਵਾਲ ਨੇ, ਖਾਲਸੇ ਨੂੰ ਮਨਾਹੀ ਹੈ ਕਿ ਉਹਨੇ ਵਾਲ ਨੂੰ ਕਤਲ ਨਹੀਂ ਕਰਨਾ, ਵਾਲ ਨੂੰ ਕਟਾਉਣਾ ਨਹੀਂ। ਕਛਹਿਰਾ, ਉਹ ਇੱਕ ਕਛਹਿਰਾ ਧਾਰਨ ਕਰੇਗਾ ਤੇ ਕਿਰਪਾਨ। ਹੁਣ ਇਹ ਪੰਜ ਕੱਕੇ ਮੈਂ ਦੱਸਿਆ ਤੁਹਾਨੂੰ, ਕੜਾ, ਕੰਘੀ, ਕੇਸ, ਕਛਹਿਰਾ ਤੇ ਕਿਰਪਾਨ, ਇਹ ਪੰਜ ਜਿਹੜੇ ਕੱਕੇ ਨੇ ਜਾਂ ਕਕਾਰ ਨੇ, ਇਹ ਖਾਲਸਾ ਧਾਰਨ ਕਰਦਾ ਹੈ। ਖਾਲਸਾ ਕਿਸ ਨੂੰ ਕਿਹਾ ਗਿਆ ਹੈ? ਜਿਸ ਨੇ ਅੰਮ੍ਰਿਤ ਦੀ ਦਾਤ ਹਾਸਲ ਕੀਤੀ ਹੈ, ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਸਾਜਿਆ ਸੀ ਨਾ, ਅੰਮ੍ਰਿਤ ਬਣਾਇਆ ਸੀ। ਉਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ, ਖਾਲਸੇ ਨੂੰ ਅੰਮ੍ਰਿਤ ਧਾਰਨ ਕਰਵਾਇਆ ਸੀ। ਇਹ ਸਾਰੀਆਂ ਜੋ ਪੰਜ ਕੱਕੇ ਨੇ, ਇਹ ਨਿਸ਼ਾਨੀਆਂ ਨੇ। ਗੁਰੂ ਸਾਹਿਬਾਨ ਨੇ ਇਹ ਪੰਜ ਜਿਹੜੇ ਕਕਾਰ ਨੇ, ਇਹ ਇੱਕ ਨਿਸ਼ਾਨੀਆਂ ਨੇ ਜੋ ਕਿ ਖਾਲਸੇ ਨੂੰ ਦਿੱਤੀਆਂ, ਅਤੇ ਪੰਜ ਬਾਣੀਆਂ। ਅਤੇ ਖਾਲਸੇ ਨੂੰ ਇਹ ਵੀ ਉਪਦੇਸ਼ ਦਿੱਤਾ ਜਾਂ ਕਹਿ ਲਓ ਹੁਕਮ ਦਿੱਤਾ ਕਿ ਤੁਸੀਂ ਹੁਣ ਅੰਮ੍ਰਿਤ ਛਕਿਆ ਤਾਂ ਤੁਸੀਂ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੈ। ਵੀ ਨਿਤਨੇਮ ਮਤਲਬ ਡੇਲੀ ਨੇਮ, ਜਿਹੜਾ ਤੁਸੀਂ ਡੇਲੀ ਇਹ ਪੰਜ ਬਾਣੀਆਂ ਦਾ ਪਾਠ ਕਰਨਾ ਹੈ। ਤੇ ਗੁਰੂ ਸਾਹਿਬਾਨ ਜੀ ਫਰਮਾਉਂਦੇ ਹਨ ਕਿ ਅੱਜ ਖਾਲਸੇ ਨੂੰ ਰਜਵਾਂ ਪਿਆਰ ਦੇ ਕੇ ਉਸ ਨੂੰ ਬਾਣੀ, ਪਹਿਰਾਵੇ ਤੇ ਯੁੱਧ ਦੀ ਪਾਨ ਚੜਾ ਕੇ ਮਜ਼ਬੂਤ ਕੀਤਾ ਹੈ। ਗੁਰੂ ਸਾਹਿਬਾਨ ਜੀ ਫਰਮਾਉਂਦੇ ਹਨ, ਸਾਨੂੰ ਉਪਦੇਸ਼ ਦਿੰਦੇ ਹਨ ਕਿ ਜੋ ਖਾਲਸਾ ਹੈ ਉਸ ਨੂੰ ਗੁਰੂ ਸਾਹਿਬਾਨ ਨੇ ਬਾਣੀ ਦਿੱਤੀ ਹੈ, ਜੋ ਕਿ ਪੰਜਾਂ ਬਾਣੀਆਂ ਦਾ ਪਾਠ ਕਰਨਾ ਹੈ। ਕਕਾਰ ਦਿੱਤੇ ਹਨ, ਮਤਲਬ ਚੰਗਾ ਪਹਿਰਾਵਾ ਦਿੱਤਾ ਹੈ ਤੇ ਦਲੇਰੀ ਦਿੱਤੀ ਹੈ। ਇਹਨਾਂ ਦੇ ਨਾਲ ਉਸਨੇ ਖਾਲਸਾ ਨੂੰ ਮਜ਼ਬੂਤ ਬਣਾਇਆ ਹੈ, ਮਤਲਬ ਖਾਲਸੇ ਨੂੰ ਤਿਆਰ ਕੀਤਾ ਹੈ। ਅਗਲੀਆਂ ਸਤਰਾਂ ਪੜ੍ਹਦੇ ਹਾਂ। ਟੱਕਰ ਲਓ ਜੋ ਜ਼ੁਲਮ ਦੇ ਨਾਲ ਸੁਰਾ, ਟੱਕਰ ਲਓ ਜੋ ਜ਼ੁਲਮ ਦੇ ਨਾਲ ਸੁਰਾ, ਯੁੱਧਾਂ ਵਿੱਚ ਮੈਂ ਉਹਦਾ ਸਾਥ ਦੇਣਾ, ਲਾਲੋ ਦਲਿਤ ਗਰੀਬਾਂ ਦਾ ਸਾਥ ਦੇ ਕੇ ਜ਼ਾਲਮ ਭੂਪਾਂ ਨੂੰ ਹਰ ਪਲ ਮਾਤ ਦੇਣੀ। ਹੁਣ ਇਹਨਾਂ ਸਤਰਾਂ ਦੇ ਵਿੱਚ ਜੋ ਗੁਰੂ ਸਾਹਿਬਾਨ ਜੀ ਨੇ ਉਹ ਕਹਿੰਦੇ ਹਨ, ਆਪਣੇ ਸਿੰਘਾਂ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਕਿ ਮੈਂ ਕਿਸੇ ਵੀ ਯੁੱਧ ਵਿੱਚ ਹਮੇਸ਼ਾ ਉਸ ਸਿੰਘ ਸੂਰਮੇ ਦੇ ਨਾਲ ਰਹਾਂਗਾ, ਮੈਂ ਹਮੇਸ਼ਾ ਹੀ ਉਸ ਸਿੰਘ ਦੇ ਨਾਲ, ਸਿੱਖ ਦੇ ਨਾਲ ਹਮੇਸ਼ਾ ਰਹਾਂਗਾ ਜਿਹੜੇ ਜ਼ੁਲਮ ਦੇ ਨਾਲ ਟਾਕਰਾ ਕਰਦੇ ਹਨ ਤੇ ਜ਼ੁਲਮ ਦਾ ਨਾਸ ਕਰਦੇ ਹਨ, ਦੂਜਿਆਂ ਦਾ ਭਲਾ ਕਰਦੇ ਹਨ। ਗੁਰੂ ਸਾਹਿਬਾਨ ਕੀ ਕਹਿੰਦੇ ਹਨ ਕਿ ਮੈਂ ਹਮੇਸ਼ਾ ਹੀ ਉਸ ਸਿੰਘ ਨਾਲ, ਸਿੱਖ ਨਾਲ ਹਮੇਸ਼ਾ ਖੜਾ, ਹਮੇਸ਼ਾ ਰਹਾਂਗਾ ਜੋ ਕਿ ਜ਼ੁਲਮ ਦੇ ਨਾਲ ਲੜਦੇ ਹਨ, ਜ਼ੁਲਮ ਦਾ ਨਾਸ਼ ਕਰਦੇ ਹਨ ਤੇ ਦੂਜਿਆਂ ਦਾ ਭਲਾ ਕਰਦੇ ਹਨ। ਸੱਚੀ ਸੁੱਚੀ ਕਿਰਤ ਕਰਨ ਵਾਲੇ, ਸੱਚੀ ਸੁੱਚੀ ਇਮਾਨਦਾਰੀ ਕਿਰਤ ਕਰਨ ਵਾਲੇ ਭਾਈ ਲਾਲੋ ਦੱਬੇ ਕੁਚਲੇ ਲੋਕਾਂ ਅਤੇ ਗਰੀਬਾਂ ਦਾ ਸਾਥ ਦੇ ਕੇ ਜ਼ਾਲਮ ਰਾਜਿਆਂ ਨੂੰ ਹਰ ਪਲ ਮਾਤ ਦੇਣੀ ਹੈ। ਇੱਥੇ ਜੋ ਭਾਈ ਲਾਲੋ ਦਾ ਨਾਮ ਆਇਆ ਹੈ, ਭਾਈ ਲਾਲੋ ਇੱਕ ਸਿੱਖ ਹੋਇਆ ਹੈ ਜੋ ਕਿ ਬਹੁਤ ਇਮਾਨਦਾਰ ਸੀ ਤੇ ਸੱਚੀ ਸੁੱਚੀ ਕਿਰਤ ਕਰਦਾ ਸੀ। ਅਗਲੀਆਂ ਲਾਈਨਾਂ ਪੜ੍ਹਦੇ ਹਾਂ। ਇੱਕੋ ਬਾਟੇ ਵਿੱਚ ਅੰਮ੍ਰਿਤ ਤੁਸੀਂ, ਇੱਕੋ ਬਾਟੇ ਵਿੱਚ ਅੰਮ੍ਰਿਤ ਤੁਸੀਂ ਛਕਿਆ, ਇੱਕੋ ਬਾਟੇ ਵਿੱਚ
ਰਹੀ ਜਾਤ ਨਾ ਪਾਤ ਅੱਜ ਖਾਲਸੇ ਦੀ, ਇੱਕੋ ਰੂਪ ਸਰੂਪ ਅਤੇ ਧਰਤ ਇੱਕੋ, ਸਾਂਝੀ ਵਾਲਤਾ ਦਾਤ ਅੱਜ ਖਾਲਸੇ ਦੀ। ਹੁਣ ਇਹਨਾਂ ਸਤਰਾਂ ਦੇ ਵਿੱਚ ਗੁਰੂ ਸਾਹਿਬਾਨ ਆਪਣੇ ਸਿੰਘਾਂ ਨੂੰ ਫਰਮਾਉਂਦੇ ਹਨ, ਸਿੰਘਾਂ ਨੂੰ ਉਪਦੇਸ਼ ਦਿੰਦੇ ਹਨ ਕਿ ਤੁਸੀਂ ਇੱਕੋ ਹੀ ਬਾਟੇ ਵਿੱਚ ਅੰਮ੍ਰਿਤ ਛਕਿਆ ਹੈ। ਦੇਖੋ, ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਹੈ ਨਾ, ਤਾਂ 5 ਪਿਆਰਿਆਂ ਦੁਆਰਾ, 5 ਪਿਆਰੇ ਹੁੰਦੇ ਹਨ ਜੋ ਅੰਮ੍ਰਿਤ ਨੂੰ ਤਿਆਰ ਕਰਦੇ ਹਨ, ਅਤੇ ਉਹਦੇ ਵਿੱਚ 5 ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ। ਸਾਰਾ ਦਿਨ ਬਾਣੀ ਪੜ੍ਹੀ ਜਾਂਦੀ ਹੈ ਅਤੇ ਫਿਰ ਕਿਤੇ ਜਾ ਕੇ ਉਹ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ। ਅਤੇ ਜਦੋਂ ਉਹ ਅੰਮ੍ਰਿਤ ਤਿਆਰ ਹੋ ਜਾਂਦਾ ਹੈ ਤਾਂ ਜਿੰਨੇ ਵੀ ਉੱਥੇ ਸਿੱਖ ਅੰਮ੍ਰਿਤ ਛਕਣ ਜਾਂਦੇ ਹਨ, ਸਾਰਿਆਂ ਨੂੰ ਇੱਕੋ ਹੀ ਬਾਟੇ ਰਾਹੀਂ ਅੰਮ੍ਰਿਤ ਛਕਾਇਆ ਜਾਂਦਾ। ਉਹਦੇ ਵਿੱਚ ਪਤਾਸਿਆਂ ਨੂੰ ਘੋਲਿਆ ਜਾਂਦਾ, ਖੰਡੇ ਬਾਟੇ ਦੇ ਨਾਲ, ਬਾਟੇ ਦੇ ਵਿੱਚ ਪਤਾਸੇ ਪਾਏ ਜਾਂਦੇ ਹਨ, ਉਹਨਾਂ ਨੂੰ ਖੰਡੇ ਨਾਲ ਘੋਲਿਆ ਜਾਂਦਾ ਹੈ। ਅਤੇ ਜਦੋਂ ਉਹ ਅੰਮ੍ਰਿਤ ਤਿਆਰ ਹੋ ਜਾਂਦਾ, ਉਹਦੇ 'ਤੇ ਗੁਰਬਾਣੀ ਪੜ੍ਹੀ ਜਾਂਦੀ ਹੈ ਉਹਦੇ ਵਿੱਚ, ਅਤੇ ਜਦੋਂ ਉਹ ਧਾਰਨ ਕਰਵਾਇਆ ਜਾਂਦਾ, ਛਕਾਇਆ ਜਾਂਦਾ, ਤਾਂ ਇੱਕੋ ਬਾਟੇ ਨੂੰ ਸਾਰਿਆਂ ਦੇ ਮੂੰਹ ਨਾਲ ਛੁਆਇਆ ਜਾਂਦਾ ਹੈ ਅਤੇ ਇੱਕੋ ਬਾਟੇ ਦੇ ਵਿੱਚੋਂ ਸਾਰੇ ਅੰਮ੍ਰਿਤ ਛਕਦੇ ਹਨ। ਅੰਮ੍ਰਿਤ ਛਕਣ ਤੋਂ ਬਾਅਦ ਖਾਲਸੇ ਦੀ ਕੋਈ ਜਾਤ ਪਾਤ ਨਹੀਂ ਰਹਿੰਦੀ। ਉਦੋਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠਿਆਂ ਨੂੰ ਬਿਠਾਇਆ ਜਾਂਦਾ, ਜਿਹੜੇ ਵਿਲਿੰਗ ਹੁੰਦੇ ਅੰਮ੍ਰਿਤ ਛਕਣ ਲਈ, ਚਾਹੁੰਦੇ ਅੰਮ੍ਰਿਤ ਛਕਣਾ, ਤਾਂ ਉਹਨਾਂ ਦੀ ਸਾਰੀ ਜਾਤ ਪਾਤ ਖਤਮ ਕਰ ਦਿੱਤੀ ਜਾਂਦੀ ਹੈ। ਉਹਨਾਂ ਦੇ ਵਿੱਚ ਕੋਈ ਵੀ ਉੱਚਾ ਨੀਵਾਂ ਨਹੀਂ ਰਹਿ ਜਾਂਦਾ, ਨਾ ਕੋਈ ਧਰਮ ਰਹਿ ਜਾਂਦਾ। ਤਾਂ ਹੁਣ ਉਸ ਦਾ ਕੋਈ ਧਰਮ ਹੈ ਇਨਸਾਨੀਅਤ, ਅਤੇ ਜੇ ਹੁਣ ਉਹਨਾਂ ਦਾ ਕੋਈ ਧਰਮ ਹੈ ਤਾਂ ਸਿਰਫ ਇਨਸਾਨੀਅਤ ਹੁੰਦਾ। ਜੋ ਵੀ ਇਨਸਾਨ ਜਾਂ ਕੋਈ ਲੋਕ ਨੇ ਜੋ ਅੰਮ੍ਰਿਤ ਛਕਣਾ ਚਾਹੁੰਦੇ ਹਨ, ਕਿਸੇ ਵੀ ਧਰਮ ਦਾ ਅੰਮ੍ਰਿਤ ਛਕਣ ਲਈ ਜਾ ਸਕਦਾ ਹੈ। ਉਹਨਾਂ ਦੀ ਸਾਰੀ ਜਾਤ ਪਾਤ ਖਤਮ ਕਰ ਦਿੱਤੀ ਜਾਂਦੀ ਹੈ। ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਅੱਜ ਤੋਂ ਜੋ ਤੁਹਾਡਾ ਧਰਮ ਹੈ ਉਹ ਕੀ ਹੈ? ਇਨਸਾਨੀਅਤ। ਖਾਲਸੇ ਦਾ ਹੁਣ ਇੱਕੋ ਹੀ ਰੂਪ ਤੇ ਇੱਕੋ ਹੀ ਧਰਮ ਹੈ। ਅੱਜ ਖਾਲਸੇ ਨੂੰ ਭਾਈਚਾਰੇ ਤੇ ਸਾਂਝੀਵਾਲਤਾ ਦੀ ਬਖਸ਼ਿਸ਼ ਹੋਈ ਹੈ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ, ਸਭ ਨੂੰ ਇੱਕੋ ਬਾਟੇ ਵਿੱਚ ਛਕਾਇਆ ਜਾਂਦਾ ਹੈ ਅਤੇ ਉਹਨਾਂ ਦੀ ਕੋਈ ਜਾਤ ਪਾਤ ਨਹੀਂ ਰਹਿ ਜਾਂਦੀ। ਇਨਸਾਨੀ ਅਤੇ ਉਹਨਾਂ ਦੀ ਜੋ ਹੁੰਦਾ ਹੈ ਧਰਮ ਹੁੰਦਾ ਹੈ, ਅਤੇ ਉਹਨਾਂ ਨੂੰ ਭਾਈਚਾਰੇ ਦੀ ਸਾਂਝੀਵਾਲਤਾ ਦੀ ਕੀ ਸਿਖਾਈ ਜਾਂਦੀ ਹੈ? ਭਾਵਨਾ ਉਹਨਾਂ ਦੇ ਅੰਦਰ ਭਰੀ ਜਾਂਦੀ ਹੈ। ਅਗਲੀਆਂ ਸਤਰਾਂ ਪੜ੍ਹਦੇ ਹਨ। ਮੁਨਕਰ ਜਦੋਂ ਅਸੂਲਾਂ ਤੋਂ ਪੰਥ ਹੋਇਆ, ਮੈਂ ਨਹੀਂ ਸਾਥ ਹੋਣਾ ਇਹ ਸਮਝ ਲੈਣਾ। ਮੇਰੀ ਹੋਂਦ ਹੈ ਸਿਧਾਂਤ ਦੇ ਸੱਚ ਅੰਦਰ, ਲੱਭਣਾ ਹੋਊ ਉਹਨਾਂ 'ਚੋਂ ਰਮਜ਼ ਲੈਣਾ। ਇਹਨਾਂ ਸਤਰਾਂ ਦੇ ਵਿੱਚ ਕਵੀ ਨੇ ਜੋ ਕੀ ਕਹਿ ਰਹੇ ਹਨ ਕਿ ਗੁਰੂ ਸਾਹਿਬਾਨ ਜੀ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਕਿ ਜਦੋਂ ਵੀ ਤੁਸੀਂ ਖਾਲਸਾ ਪੰਥ ਦੇ ਅਸੂਲਾਂ ਤੋਂ ਇਨਕਾਰੀ ਕਰੋਗੇ ਜਾਂ ਮੂੰਹ ਮੋੜੋਗੇ ਤਾਂ ਜਿਹੜੇ ਗੁਰੂ ਸਾਹਿਬਾਨ ਨੇ ਉਹ ਸਾਡੇ ਨਾਲ ਨਹੀਂ ਰਹਿਣਗੇ, ਸਾਡੇ ਕੋਲ ਨਹੀਂ ਖੜਨਗੇ। ਜੋ ਗੁਰੂ ਨੇ, ਗੁਰੂ ਦਾ ਵਜੂਦ ਦਾ ਸਿਧਾਂਤ ਸੱਚਾਈ ਵਿੱਚ ਹੈ, ਭਾਵ ਮੈਂ ਕੇਵਲ ਸੱਚ ਦਾ ਸਾਥ ਦੇਣਾ ਹੈ। ਗੁਰੂ ਸਾਹਿਬਾਨ ਜੀ ਇਹ ਕਹਿੰਦੇ ਹਨ ਕਿ ਜਦੋਂ ਖਾਲਸਾ ਮੇਰੇ ਅਸੂਲਾਂ ਤੋਂ ਮੂੰਹ ਮੋੜੇਗਾ, ਇਨਕਾਰ ਕਰੇਗਾ, ਤੇ ਮੈਂ ਉਹਨਾਂ ਦੇ ਨਾਲ ਨਹੀਂ ਖੜੇ ਰਵਾਂਗਾ। ਮੈਂ ਹਮੇਸ਼ਾ ਸੱਚ ਦੇ ਨਾਲ ਰਹਾਂਗਾ, ਸੱਚ ਦਾ ਹੀ ਮੈਂ ਸਾਥ ਦੇਵਾਂਗਾ। ਇਹਨਾਂ ਅਸੂਲਾਂ ਤੋਂ ਪ੍ਰਗਟ ਹੁੰਦੇ ਭੇਦ ਨੂੰ ਲੱਭਣਾ ਪਏਗਾ। ਇਹਨਾਂ ਅਸੂਲਾਂ ਨੂੰ ਅਪਣਾਉਣ 'ਤੇ ਹੀ ਇਹਨਾਂ ਅਸੂਲਾਂ ਦੀ ਸਮਝ ਆਏਗੀ। ਸੋ ਇਹਨਾਂ ਸਤਰਾਂ ਦੇ ਵਿੱਚ ਜਿਹੜੇ ਗੁਰੂ ਸਾਹਿਬਾਨ ਨੇ ਉਹ ਸਿੱਖਾਂ ਨੂੰ ਇਹ ਸਿੱਖਿਆ ਦੇ ਰਹੇ ਹਨ, ਉਪਦੇਸ਼ ਦੇ ਰਹੇ ਹਨ ਕਿ ਤੁਸੀਂ ਹਮੇਸ਼ਾ ਚੰਗੇ ਰਸਤੇ 'ਤੇ ਚੱਲਣਾ ਹੈ, ਦਿੱਤੀ ਹੋਈ ਸਿੱਖਿਆ ਨੂੰ ਮੰਨਣਾ ਹੈ। ਅਗਰ ਤੁਸੀਂ ਦਿੱਤੀ ਹੋਈ ਸਿੱਖਿਆ ਅਤੇ ਅਸੂਲਾਂ ਤੋਂ ਨਹੀਂ ਚੱਲੋਗੇ ਤੇ ਮੈਂ ਜੋ ਗੁਰੂ ਨੇ ਉਹ ਕਹਿ ਰਹੇ ਹਨ ਕਿ ਮੈਂ ਤੁਹਾਡਾ ਸਾਥ ਨਹੀਂ ਦੇਵਾਂਗਾ ਅਤੇ ਨਾ ਹੀ ਮੈਂ ਤੁਹਾਡੇ ਨਾਲ ਕਿਤੇ ਖੜਾਂਗਾ। ਸੋ ਸਟੂਡੈਂਟਸ, ਉਮੀਦ ਕਰਦੀ ਹਾਂ ਕਿ ਜਿੰਨਾ ਮੈਂ ਅੱਜ ਤੁਹਾਨੂੰ ਕਰਵਾਇਆ ਸਮਝ ਆ ਚੁੱਕਿਆ ਹੋਏਗਾ। ਇਸ ਤੋਂ ਬਿਨਾਂ ਆਪਣੀਆਂ ਕੁਝ ਕਵਿਤਾ ਦੀਆਂ 8 ਜੋ ਪੈਰੇ ਆਪਣੀ ਕਵਿਤਾ ਦੇ ਰਹਿੰਦੇ ਹਨ ਜੋ ਕਿ ਆਪਾਂ ਗੱਲ ਕਰਾਂਗੇ। ਤੁਸੀਂ ਕਵਿਤਾ ਨੂੰ ਧਿਆਨ ਨਾਲ ਪੜ੍ਹਨਾ ਹੈ ਅਤੇ ਜੋ ਇਹਦੇ ਵਿੱਚ ਔਖੇ ਸ਼ਬਦਾਂ ਦੇ ਅਰਥ ਦਿੱਤੇ ਗਏ ਹਨ ਉਹਨਾਂ ਨੂੰ ਪੜ੍ਹਨਾ ਹੈ ਅਤੇ ਯਾਦ ਕਰਨਾ ਹੈ। ਇਸ ਤੋਂ ਬਿਨਾਂ ਕੱਲ੍ਹ ਆਪਾਂ ਕੀ ਕਰਾਂਗੇ, ਨੈਕਸਟ ਜਿਹੜੀ ਕਵਿਤਾ ਰਹਿ ਗਈ ਉਹ ਕਰਾਂਗੇ ਅਤੇ ਇਹਦੇ ਜੋ ਕੁਐਸਚਨ ਆਨਸਰ ਨੇ ਉਹ ਮੈਂ ਕਰਵਾਉਂਗੀ। ਧੰਨਵਾਦ।